ਗੁਰੂ ਪਿਆਰੇ, ਗੁਰੂ ਸਵਾਰੇ ਖਾਲਸਾ ਜੀਓ। ਸਾਰਿਆਂ ਤੋਂ ਪਹਿਲਾਂ ਸਾਹਿਬਾਂ ਦੀ ਬਖਸ਼ੀ ਹੋਈ ਫਤਿਹ ਬੁਲੰਦ ਕਰੀਏ, ਕੋਈ ਰਸਨਾ ਵਾਂਝੀ ਨਾ ਰਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਕਾ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ, ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਗਰੀਬ ਨਵਾਜ ਧੰਨ ਧੰਨ ਬਾਜਾਂ ਵਾਲੇ ਸਤਿਗੁਰੂ, ਜਿਨ੍ਹਾਂ ਦੀ ਉਸਤਤ ਹੁਣੇ ਹੁਣੇ ਗੁਰੂ ਪਿਆਰੇ, ਗੁਰੂ ਸਵਾਰੇ ਪੰਥ ਦੇ ਕੀਰਤਨੀਏ ਭਾਈ ਚਮਨ ਲਾਲ ਜੀਤ ਸਿੰਘ ਜੀ, ਜਿਨ੍ਹਾਂ ਨੇ ਬਹੁਤ ਹੀ ਸੋਹਣੇ ਢੰਗ ਦੇ ਨਾਲ ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਜੀ, ਜਿਨ੍ਹਾਂ ਦੇ ਬਾਰੇ ਕਿਸੇ ਵਿਦਵਾਨ ਨੇ ਲਿਖਿਆ, ਖਾਲਸਾ ਜੀਓ, ਜਿਹ ਨਾਮ ਉਚਾਰਤ ਦੁੱਖ ਮਿਟੇ। ਜਿਹੜਾ ਬਾਜਾਂ ਵਾਲੇ ਦਾ ਇੱਕ ਵਾਰੀ ਨਾਂ ਲੈ ਲਵੇ ਨਾ, ਮਨ ਨਾਲ ਲਵੇ, ਪਰ ਮਨ ਨਾਲ ਲਿਆ ਨਹੀਂ ਜਾਂਦਾ। ਪਰ ਮੁਸ਼ਕਿਲ ਇਹੀ ਹੈਗੀ, ਅਸੀਂ ਉੱਤੋਂ ਤੋਂ ਬੜਾ ਬੋਲਦੇ ਪਰ ਅੰਦਰੋਂ ਨਹੀਂ ਬੋਲਦੇ। ਜਦੋਂ ਅੰਦਰੋਂ ਬੋਲ ਦਈਏ ਨਾ, ਫਿਰ ਵਾਰੇ ਨਿਆਰੇ ਹੋ ਜਾਣਗੇ। ਇੱਕ ਵਾਰੀ ਸਾਰੇ ਆਖੋ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ। ਉਸ ਮਹਾਪੁਰਸ਼ ਨੇ ਲਿਖਿਆ, ਜਿਹ ਨਾਮ ਉਚਾਰਤ ਦੁੱਖ ਮਿਟੇ। ਕਲਗੀਧਰ ਪਾਤਸ਼ਾਹ ਜੀਓ, ਆਪ ਜੀ ਦਾ ਜਿਹੜਾ ਪਿਆਰ ਦੇ ਨਾਲ, ਸ਼ਰਧਾ ਦੇ ਨਾਲ, ਮਨ ਨਾਲ, ਬਾਣੀ ਨਾਲ ਇੱਕ ਵਾਰੀ ਵੀ ਨਾਂ ਲੈ ਲੈਂਦਾ, ਉਹਦੇ ਸਾਰੇ ਦੁੱਖ ਮਿਟ ਜਾਂਦੇ। ਤੇ ਉਹ ਅੱਗੇ ਲਿਖਦੇ ਹਨ, ਜੇ ਨਾਮ ਉਚਾਰਤ ਦੁੱਖ ਮਿਟੇ, ਸੁਖ ਸੰਪਤ ਹੋਏ ਸਦਾ ਗ੍ਰਹਿ ਵਾਸੀ। ਹੁਣ ਸਾਨੂੰ ਵੀ ਮਿਲਣ ਆਉਂਦੇ ਬਹੁਤ ਲੋਕ, ਸ਼ਾਮ ਨੂੰ ਅਸੀਂ ਮਿਲਦੇ ਸਾਰਿਆਂ ਨੂੰ, ਸੰਗਤਾਂ ਨੂੰ, ਬਸ ਉਹ ਕਹਿੰਦੇ, ਬਾਬਾ ਜੀ ਬਸ ਬਰਕਤ ਨਹੀਂ ਹੈਗੀ। ਅਸੀਂ ਇੱਕ ਦੇ ਘਰ ਪ੍ਰਸ਼ਾਦਾ ਛਕਣ ਗਏ ਸੀ, ਪਹਿਲੇ ਨਵੇਂ ਸੇਵਾ ਮਿਲੀ ਸੀ ਜਥੇਦਾਰ ਦੀ, ਤੇ ਮਾਤਾ ਬੜੀ ਮੇਰੀ ਸੇਵਾ ਕਰੇ, ਪੱਖਾ ਚੱਲੇ, ਏਸੀ ਵੀ ਲੱਗਾ ਹੋਇਆ ਸੀ ਘਰ ਵਿੱਚ। ਮੈਂ ਕਿਹਾ ਮਾਤਾ ਨੂੰ, ਕਹਾਂ ਤੂੰ ਪੱਖਾ ਨਾ ਕਰ, ਏਸੀ ਪਹਿਲੇ ਲੱਗਾ ਹੋਇਆ। ਪਹਿਲੇ ਜ਼ਮਾਨੇ ਵਿੱਚ ਪੱਖਾ ਕਰਦੇ ਸੀ ਸਭ ਮਹਾਂਪੁਰਖਾਂ ਨੂੰ, ਸੰਤਾਂ ਨੂੰ। ਮੈਂ ਕਿਹਾ ਹੁਣ ਏਸੀ ਲੱਗਾ, ਲੋੜ ਨਹੀਂ। ਉਹ ਹਟੇ ਨਾ ਮਾਤਾ, ਉਹ ਜ਼ੋਰ ਦੀ ਕਰੀ ਜਾਵੇ, ਨਾਲੇ ਮਿੱਠੀਆਂ ਗੱਲਾਂ ਕਰੀ ਜਾਵੇ ਮੇਰੇ ਨਾਲ। ਗੱਲਾਂ ਕਰਦੇ ਕਰਦੇ ਫਿਰ ਇੱਕ ਦਿਨ ਬੋਲਣ ਲੱਗੀ, ਕਹਿਣ ਲੱਗੇ, ਪੁੱਤ ਕੁਲਵੰਤ ਸਿੰਘ, ਮਾਇਆ ਬੜੀ ਆਉਂਦੀ ਪਰ ਠਹਿਰਦੀ ਨਹੀਂ। ਬਹੁਤ ਮਾਇਆ ਆਉਂਦੀ ਪਰ ਠਹਿਰਦੀ ਨਹੀਂ। ਫਿਰ ਇੱਕ ਵਾਰ, ਫਿਰ ਦੋ ਵਾਰੀ ਬੋਲਿਆ, ਤੀਜੇ ਵਾਰੀ ਬੋਲਿਆ। ਮੈਂ ਕਿਹਾ ਮਾਤਾ ਮੇਰੀ ਵੀ ਨਹੀਂ ਠਹਿਰਦੀ। ਮੈਂ ਕਿਹਾ, ਉਹਨੇ ਪੱਖਾ ਪਰੇ ਸੁੱਟ ਕੇ ਤੇ ਕਮਰੇ ਚਲੇ ਗਈ। ਉਹ ਕਹਿੰਦੇ ਬਾਬਿਆਂ ਦਾ ਬੇੜਾ ਤਰ ਜਾ, ਕਹਿਣ ਲੱਗੇ। ਫਿਰ ਪ੍ਰਸ਼ਾਦਾ ਛਕ ਕੇ ਅਰਦਾਸ ਕੀਤੀ। ਮੈਂ ਕਿਹਾ ਮਾਤਾ ਕਿੱਥੇ ਹੈਗੀ, ਬੁਲਾਓ ਉਹਨੂੰ। ਉਹਨੇ ਅੰਦਰੋਂ ਹੀ ਜਵਾਬ ਦਿੱਤਾ, ਕਹਿੰਦੇ ਮੇਰਾ ਸਿਰ ਦੁਖ ਰਿਹਾ, ਮੈਂ ਨਹੀਂ ਆਉਣਾ। ਕਹਿੰਦੇ ਖਾਲਸਾ ਜੀ, ਪਰ ਜਿਹੜਾ ਪ੍ਰਭੂ ਦਾ ਨਾਂ ਲੈਂਦਾ ਨਾ, ਕਲਗੀਧਰ ਪਾਤਸ਼ਾਹ ਦਾ ਨਾਂ ਲੈਂਦਾ, ਫਿਰ ਉਹਨਾਂ ਦੇ ਘਰ ਵਿੱਚ ਸੁੱਖ ਸੰਪਤ ਸਭ ਟਿਕਾਓ ਵਿੱਚ ਆ ਜਾਂਦੀ। ਇਹੋ ਜਿਹੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਸੇਵਕ, ਜਿਨ੍ਹਾਂ ਦੀ ਅੱਜ ਆਪਾਂ ਯਾਦ ਵਿੱਚ ਬੈਠੇ, ਜਿਨ੍ਹਾਂ ਦਾ 100ਵਾਂ ਜਨਮ ਦਿਨ ਮਨਾ ਰਹੇ, ਖਾਲਸਾ ਜੀਓ, ਵੇਖੋ ਉਹਨਾਂ ਦੇ ਬੰਦਗੀ ਦਾ ਪ੍ਰਤਾਪ। ਇੰਨੀਆਂ ਸੰਗਤਾਂ ਜੁੜੀਆਂ ਹੋਈਆਂ, ਜਿਨ੍ਹਾਂ ਨੇ ਬਹੁਤ ਸੰਗਤਾਂ ਨੂੰ ਜੋੜਿਆ। ਖਾਲਸਾ ਜੀਓ, ਇੱਕ ਬੰਦਗੀ ਦਾ ਰੂਪ ਸੀ ਉਹ। ਰਤਨਗੜ੍ਹ ਹੋਲੀ ਮਹੱਲੇ ਨੂੰ ਪਾਠ ਹੁੰਦਾ, ਖਾਲਸਾ ਜੀਓ, ਸਵਿੰਦਰ ਸਿੰਘ ਵਿਜ ਪਰਿਵਾਰ, ਇਹ ਸਾਰੇ ਜਾਣਦੇ ਇੱਥੋਂ ਦੇ ਲੋਕ। ਤੇ ਮਹਾਂਪੁਰਖਾਂ ਦੇ ਤਕਰੀਬਨ ਸਾਰਿਆਂ ਨੇ ਦਰਸ਼ਨ ਕੀਤੇ ਹੋ। ਜਿੱਥੇ ਇੱਥੇ ਜਿਹੜੇ ਸੰਗਤ ਬੈਠੀ ਹੋਈ, ਭਾਈ ਚਮਨ ਲਾਲ ਜੀ ਦੇ ਉੱਤੇ ਤੇ ਬਹੁਤ ਹੀ ਕਿਰਪਾ ਹੋਈ। ਉਹਨਾਂ ਨੇ ਦੋਵੇਂ ਹੱਥ ਇਹਨਾਂ ਦੇ ਸਿਰ ਤੇ ਰੱਖੇ। ਅੱਜ ਉਹਨਾਂ ਦੀ ਕਿਰਪਾ ਦੀ ਇਹ ਬਖਸ਼ਿਸ਼ ਹੈ, ਖਾਲਸਾ ਜੀਓ। ਤੇ ਵਿਜ ਪਰਿਵਾਰ ਹੋਲੀ ਤੋਂ 2 ਦਿਨ ਪਹਿਲੇ ਉੱਥੇ ਪਾਠ ਕਰਦਾ, ਅਖੰਡ ਪਾਠ। ਤੇ ਉਹਨਾਂ ਦਾ ਨਿਯਮ ਸੀ, ਇੱਕ ਦਿਨ ਇੱਕ ਪਿਆਰੇ ਨੂੰ ਲੈ ਜਾਣਾ ਹੋਲੇ ਮਹੱਲੇ ਤੇ। ਉਸ ਵੇਲੇ ਬਾਬਾ ਮੋਨੀ ਜੀ ਵੀ ਇੱਥੇ ਆ ਜਾਂਦੇ ਸੀ ਹੋਲੇ ਮਹੱਲੇ ਤੇ, ਮਾਤਾ ਜੀ ਨੂੰ ਪਤਾ ਹੈਗਾ। ਤੇ ਦਾਸ ਉਸ ਵੇਲੇ ਆਪਣੇ ਵਿਦਿਆ ਦਾ ਤੇ ਬਾਬਾ ਹਰਦੀਪ ਸਿੰਘ ਕੋਲ ਪੜ੍ਹਦਾ ਸੀ ਜੀ। ਤੇ ਮੈਨੂੰ ਬਾਬਾ ਜੀ ਕਹਿਣ ਲੱਗੇ, ਮੇਰੇ ਗੁਰਦੇਵ ਕਹਿਣ ਲੱਗੇ, ਆਪਾਂ ਹੁਣ ਨਾ ਕਥਾ ਦੀ ਸਮਾਪਤੀ ਦੇ ਬਾਅਦ ਰਤਨਗੜ੍ਹ ਸਾਹਿਬ ਜਾਣਾ। ਮੈਂ ਕਿਹਾ ਸਤਿ ਮਹਾਰਾਜ ਜੀ। ਤੇ ਅਸੀਂ ਵਿਜ ਦੀ ਕਾਰ ਸੀ, ਉਹਦੇ 'ਚ ਬਹਿ ਗਏ। ਤੇ ਮਹਾਂਪੁਰਖਾਂ ਦੀ ਗੱਡੀ ਅੱਗੇ ਸੀ, ਐਂਬੈਸਡਰ ਗੱਡੀ ਰਹਿੰਦੀ ਸੀ ਮਹਾਂਪੁਰਖਾਂ ਦੀ। ਜਦੋਂ ਵੀ ਇੱਥੇ ਆਉਣਾ, ਮਹਾਂਪੁਰਖਾਂ ਨੇ 3 ਵਜੇ ਉਹਨਾਂ ਦਾ ਨਿਯਮ ਸੀ ਸੱਚਖੰਡ ਆ ਕੇ ਦਰਸ਼ਨ ਕਰਨਾ। ਤੇ ਉੱਥੇ 5-6 ਵਜੇ ਤੱਕ ਰਹਿੰਦੇ ਸੀ, ਮਾਲਾ ਫੇਰਦੇ ਸੀ।
ਮਾਲਾ ਵੀ ਬੜੀ ਤਗੜੀ ਸੀ, ਇੱਥੋਂ ਤੋਂ ਲੈ ਕੇ ਨਾ ਹਜੂਰ ਸਾਹਿਬ ਤੋਂ ਲੈ ਕੇ ਸਿੰਧੀ ਕਾਲੋਨੀ ਤੱਕ ਇੰਨੀ ਵੱਡੀ ਮਾਲਾ ਫੇਰਦੇ ਸੀ ਉਹ। ਉਹਨਾਂ ਦੀ ਗੱਡੀ ਅੱਗੇ ਤੇ ਸਾਡੀ ਗੱਡੀ ਪਿੱਛੇ। ਜਦੋਂ ਗੱਡੀ 'ਚ ਉਤਰੇ ਤੇ ਫਿਰ ਮੇਰੇ ਗੁਰਦੇਵ ਨੇ ਵੀ ਉਹਨਾਂ ਨੂੰ ਮੱਥਾ ਟੇਕਿਆ, ਫਿਰ ਮੈਂ ਵੀ ਮੱਥਾ ਟੇਕਿਆ ਉਹਨਾਂ ਦੇ ਬਾਅਦ। ਫਿਰ ਮੈਂ ਤਾਂ ਮੱਥਾ ਟੇਕ ਕੇ ਪਿੱਛੇ ਹਟ ਗਿਆ ਕਿਉਂਕਿ ਸਾਰੇ ਪੰਜ ਪਿਆਰੇ ਵੀ ਆਏ ਹੋਏ ਸੀ। ਤੇ ਮਹਾਂਪੁਰਖ ਮੇਰੇ ਵੱਲ ਵੇਖ ਕੇ ਕਹਿਣ ਲੱਗੇ, ਗਿਆਨੀ ਜੀ ਨੂੰ, ਮੇਰੇ ਗੁਰਦੇਵ ਨੂੰ ਕਹਿਣ ਲੱਗੇ, ਸਿੰਘ ਕੀ ਕਰਦਾ ਤੁਹਾਡੇ ਕੋਲ? ਉਸ ਵੇਲੇ ਖਾਲਸਾ ਜੋ ਮੇਰੀ ਸ਼ਸਤਰ ਨਾਮ ਵਾਲਾ ਤੇ ਸੰਥਿਆ ਚੱਲ ਰਹੀ ਸੀ ਉੱਥੇ ਬਾਬਾ ਜੀ ਕੋਲ। ਪਹਿਲੇ ਮੈਂ ਬਾਬਾ ਰਤਨ ਸਿੰਘ ਗੱਲੀ ਵਾਲੇ ਕੋਲ ਪੜ੍ਹਿਆ, ਫਿਰ ਉਹਨਾਂ ਦੀ ਸਿੰਘਣੀ ਜਿਸ ਵੇਲੇ ਚੜਾਈ ਕਰ ਗਈ ਉਹ ਕਹਿਣ ਲੱਗੇ ਹੁਣ ਮੈਂ ਇੱਥੇ ਨਹੀਂ ਰਹਿਣਾ, ਮੈਂ ਹੁਣ ਬਿਦਰ ਚਲ ਜਾਣਾ। ਮੈਂ ਕਿਹਾ ਮਹਾਂਪੁਰਖੋ ਮੇਰੀ ਸੰਥਿਆ ਅੱਧੇ ਵਿੱਚ ਹੀ ਰਹਿ ਗਈ, ਸ਼ਸਤਰ ਨਾਮ ਮਾਲਾ ਤੱਕ ਪੂਰੀ ਕਰ ਦਿਓ। ਕਹਿਣ ਲੱਗੇ ਹੁਣ ਨਹੀਂ ਕਰ ਸਕਦਾ ਮੈਂ। ਤੇ ਫਿਰ ਮੈਂ ਗਿਆਨੀ ਜੀ ਨੂੰ ਬੇਨਤੀ ਕੀਤੀ, ਮਹਾਰਾਜ ਮੇਰੇ ਤੇ ਕਿਰਪਾ ਕਰੋ। ਕਹਿਣ ਲੱਗੇ ਤੂੰ ਆ ਜਾ। ਤੇ ਮਹਾਂਪੁਰਖ ਪੁੱਛਣ ਲੱਗੇ ਸਿੰਘ ਕੀ ਕਰਦਾ ਤੁਹਾਡੇ ਕੋਲ? ਤੇ ਉਹਨਾਂ ਨੇ ਕਿਹਾ ਬਾਬਾ ਜੀ ਇਹ ਸੰਥਿਆ ਕਰਦਾ ਸਾਡੇ ਕੋਲ। ਤੇ ਮੈਨੂੰ ਪੁੱਛਣ ਲੱਗੇ ਬੁਲਾ ਕੇ, ਕਹਿਣ ਲੱਗੇ ਕਿੱਥੇ ਸੰਥਿਆ ਚੱਲ ਰਹੀ ਤੇਰੀ? ਮਹਾਂਪੁਰਖ ਵੀ ਬੜੇ ਵਿਦਵਾਨ ਸੀ ਜੀ, ਦਸਮ ਮਹਾਰਾਜ ਦੇ ਪੂਰੇ ਜਾਣੂ ਸੀ। ਤੇ ਮੈंने कहा महाराज जी शस्त्रनाम माला में चल रही मेरी। बस इन्ना क्या सिर ते हाथ रखे कि त्यार बर त्यार रह, हुण चढ़दी कला विच रह। बस वो उन्हां दा आशीर्वाद सी जी खालसा जी। मैनू उस वेले मैं चोला भी नहीं पाउंदा सी, पैंट शर्ट पाउंदा सी, पर वेखो जौहरियां ने हीरे ते उस वेले कदर करती। तो उन्हां महापुरखां ने खालसा जी बेअंत सेवा की। उन्हां दे जीवन बारे भी सारियां नूं पता है। बचपन तो ही बंदगी करते सी। फिर जिस वेले बाबा राम सिंह जी कूका जेड़े खालसा जी वो सिद्धपुर सी, उन्हां दा अचानक इस धरती ते आउणा होया। उस वेले नौजवान भी बंदगी करते सी, हुण भी लगे रहंदे सी सारे नौजवान कमर कसे कस के। पर कोई एक आगू होना चाहिए जी, कोई गुरमुख होना चाहिए जिहड़ा राह दसे। महाराज ने कहना उदम सकत सियानप तुमरी देहत नाम वखाणा। बंदगी इस तरह नहीं होंदी खालसा जी, तीन चीज़ां नाल चाहिदियां ते बंदगी सिरे जांदी। फिर ते उस सिद्ध पुरुषां ने इन्हां नूं वेख्या बाबा मुनी जी नूं, ते उस वेले उन्होंने कहा इहनूं कल्ले नूं हथ पाउणा ठीक नहीं है। उस वेले उन्हां सिंघां नूं कहा, खालसा जी 72 नौजवान तैयार हुए। 72 नौजवानों ने कमर कसा किया, महाराज तुसी जो नियम देओगे असी वो नियम पूरा करांगे। फिर वो महापुरख तो फिर उन्हां दे नियम थोड़े नहीं होंदे खालसा जी, वो तो एक बारी सूई दे नके विचों कढ़ देंदे बंदे नूं। जिस वेले उन्होंने नियम दिता ना खालसा जी, ਉਹਦੇ 'ਚ सिर्फ बाबा मोनी जी पास होए, बाकी सारे फेल हो गए। जकारा भी छड्या तो पता ही नहीं लगा की बोलिया। सत श्री अकाल। हुण खालसा जी रोटी खाण दा भी टाइम होया होया। ये सवेर दियां माइयां बैठियां होईयां, इन्हां ने प्रभात फेरी कड्डी, सुखमनी साहब पढ़िया, होर की कीता, कीर्तन सुनिया, हुण थक गईयां, हुण आवाज़ भी नहीं निकलदियां। तो खालसा जी उन्हां महापुरखां ने फिर बख्शिश की उन्हां दे उत्ते, ते बाजां वाले सतगुर सच्चे पातशाह जी ने आप नवाजिया खालसा जीओ। ते जिहड़ी अंदर दी सेवा हैगी सारियां नालों कठिन सेवा, वो सतगुरु ही कराउण ते हो सकदी खालसा जी, बंदे दे वस दा रोग नहीं हैगा। एक बारी मैं कई सालों तो सेवा करता, एक दिन अरदास की थी, जिस वेले बुआ बंद कर देना सी हुक्मनामे तो बाद, मैं कहा बाजा वाले नूं कहा तो अज तू बीच बीच ना मैं कल्ला ही सेवा करदा, तू अज ना रहन दे, तेरी किरपा। 4 किरपाना चुकियां खालसा जी, उत्थे ही फेल हो गया। महाराज कहने का हुण की इरादा हैगा? मैं कहा महाराज किरपा करो। खालसा जी बिना किरपा तो सेवा नहीं होंदी। ते महापुरखा ने उस वेले सेवा की खालसा जी, जिस वेले कोई सुविधा नहीं सी, ना उन्होंने रहन दा सही प्रबंध सी, ना खाण दा प्रबंध सी, कोई चीज़ दी। पानी भी लेना तो इत्थे गुरसिख बैठे हुए बुजुर्ग, उन्होंने पता है पानी उत्ते लै जाते सी, माता भी बैठी हुई इत्थे। हुण साडे कमरे ते 4-4 5-5 टूटियां लगियां हुई, 4-4 5-5 एसियां लगियां हुई,
पर उन्होंने महापुरखा ने उस वेले सेवा की खालसा जी जिस वेले कोई सुविधा नहीं सी। धन हैं उन्होंने महापुरखा नूं, उन्होंने महापुरखा के चरणों विच नमस्कारां हन। उन्होंने महापुरखा की याद विच बैठे खालसा जीओ, जिहड़ा महापुरखा का जीवन हुंदा ना खालसा जीओ, जिहड़ा महापुरखा का रहत बहत होंदी, जे असीं उन्हां नूं सुणीए, जे उन्हां दे वल झाती मारीए उन्हां दे जीवन वल, सानू भी एक उत्साह मिलता खालसा जी सेवा बंदगी करन दा चढ़दी कला दे विच। उन्हां महापुरखा ने सारी उम्र रिटायर हो गए थी खालसा जीओ, पर उन्होंने बंदगी नहीं छड्डी। बंदगी उन्नी करते सी, 12 साल मौन रखिया सी ते सेवा दे विच 1.25 लाख पाठ कीता सी। रोज़ 101 जपजी साहब दे पाठ करते सी डंकी ते जाके। माता सही बोलिया ना भाई, माता भी हाथ जोड़ी जा रही हो। 101 पाठ खालसा जी उन्नी सेवा करके करते सी। असी तो 2 भी नहीं कर सकते, उठते ही नहीं छेती। सतगुर सच्चे पातशाह जी ने उन्होंने नवाजिया। अज उन्होंने प्रताप है खालसा जी। अज उन्होंने घर घर तस्वीरां लगियां हुई, उन्होंने रब वांगू पूजते, क्योंकि सतगुरु अपने सेवकों को रब वांगू पुजाते हैं, अपने सेवकों की वडियाई करते हैं। तो गरीब नवाज सतगुर सच्चे पातशाह जी सारिया संगतां ते किरपा करन। उन्हां महापुरखों का जन्मदिन आपां मनाउण आए हाँ। नितनेम भाई साहब ने कहा सी 3 चीज़ां, नितनेम 2 किहड़ियां? अमृत वेला तो उठते ही नहीं असी। हुण असी उल्टा काम किया, जिस वेले सौना उस वेले जागना, जिस वेले जागना उस वेले सौना। अमृत वेला काहदा आया हुण? असी 4-4 बजे तक तो जागते हुण। तो खालसा जी हुण अमृत वेला बनाओ। चलो जिन्हां दी किसी की मजबूरी होए, कोई नौकरी करते हो तो ठीक है, पर जेड़े कुछ भी नहीं करते हो जरूर अमृत वेले उठे। इत्थों अरदास करके जाके असी नितनेम करांगे, असी बाणी पढ़ांगे, असी भजन करांगे। खालसा जी महापुरखों का जीवन एक चुनौती हुंदा। उन्हां दी महापुरखों के जीवन तो एक सिक्ख्या मिलती खालसा जीओ। जिन्ना महापुरखों ने खालसा जीओ बेअंत सेवावां कीतियां, उन्हां दियां सेवा नूं उन्हां नूं बेअंत बेअंत प्रणाम। ते जिन्हां ने खालसा जी उद्यम किया, बहुत सोहना उद्यम किया। सतीश भाई होर किहड़े है? राम भाई किहड़े आगे तो भुल गए। ये जिहड़ा सामने बैठा मोनी मोटर्स, मोनी मोटर कोई भुल गया तो फिर रुस जाते हो। वो कहते बाबा जी तुसी ते ना ही नहीं लिया मेरा, मैं सारा दिन इत्थे सेवा करता रहा। जिन्हां जिन्हां ने सेवा की खालसा जी उन्होंने महापुरखों दीयां बेअंत खुशियां मिलणगियां। होइयां गलतियां दी खिमा सारे गज वज के फतेह बुलाओ। वाहिगुरू जी का वाहिगुरू जी की।